ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਮਾਝ ਮਹੱਲਾ ਤੀਜਾ। ਸਭ ਕਟ ਆਪੇ ਭੋਗਣ ਹਾਰਾ, ਅਲਖ ਵਰਤੇ ਅਗਮ ਅਪਾਰਾ। ਗੁਰ ਕੇ ਸ਼ਬਦ ਮੇਰ ਹਰ ਪ੍ਰਭ ਧਿਆਈਏ, ਸਹਿਜੇ ਸੱਚ ਸਮਾਵਣੀਆਂ। ਹਉ ਵਾਰੀ ਜਿਉ ਵਾਰੀ, ਗੁਰ ਸ਼ਬਦ ਮਨ ਵਸਾਵਣੀਆਂ। ਸ਼ਬਦ ਸੂਝੇ ਤਾਂ ਮਨ ਸਿਉ ਲੂਝੇ, ਮਨਸਾ ਮਾਰ ਸਮਾਵਣੀਆਂ। ਰਹਾਉ ਪੰਚ ਦੂਤ ਮੋਏ ਸੰਸਾਰਾ, ਮਨ ਮੁਖ ਅੰਧੇ ਸੁਧ ਨਾ ਸਾਰਾ। ਗੁਰਮੁਖ ਹੋਵੇ ਸੋ ਆਪਣਾ ਘਰ ਰਾਖੇ, ਪੰਚ ਦੂਤ ਸ਼ਬਦ ਪਛਾਵਣੀਆਂ। ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ, ਸਹਿਜੇ ਪ੍ਰਭ ਸੇਵੇ ਅਨਦਿਨ ਮਾਤੇ। ਮਿਲ ਪ੍ਰੀਤਮ ਸੱਚੇ ਗੁਣ ਗਾਵੇ, ਹਰ ਦਰ ਸੋਭਾ ਪਾਵਣੀਆਂ। ਏਕਮ ਏਕੇ ਆਪ ਉਪਾਇਆ, ਦੁਬਦਾ ਦੂਜਾ ਤ੍ਰਿਪਤ ਮਾਇਆ। ਚੌਥੀ ਪੌੜੀ ਗੁਰਮੁਖ ਉੱਚੀ, ਸੱਚੋ ਸੱਚ ਕਮਾਵਣੀਆਂ। ਸਭ ਹੈ ਸੱਚਾ ਜੇ ਸੱਚੇ ਭਾਵੈ, ਜਿਨ ਸੱਚ ਜਾਤਾ ਸੋ ਸਹਿਜ ਸਮਾਵੈ। ਗੁਰਮੁਖ ਕਰਨੀ ਸੱਚੇ ਸੇਵੇ, ਸਾਚੇ ਜਾਏ ਸਮਾਵਣੀਆਂ। ਸੱਚੇ ਬਾਝੋਂ ਕੋ ਔਰ ਨ ਦੂਆ, ਦੂਜੇ ਲਾਗ ਜਗ ਖਪ ਖਪ ਮੂਆ। ਗੁਰਮੁਖ ਹੋਵੇ ਸੋ ਏਕੋ ਜਾਣੇ, ਏਕੋ ਸੇਵ ਸੁਖ ਪਾਵਣੀਆਂ। ਜੀ ਜੰਤ ਸਭ ਸਰਨ ਤੁਮਾਰੀ, ਆਪੇ ਧਰ ਦੇਖੇ ਕੱਚੀ ਪੱਕੀ ਸਾਰੀ। ਅਨਦਿਨ ਆਪੇ ਕਾਰ ਕਰਾਏ, ਆਪੇ ਮੇਲ ਮਿਲਾਵਣੀਆਂ। ਤੂੰ ਆਪੇ ਮੇਲੇ ਵੇਖੇ ਹਦੂਰ, ਸਭ ਮੇ ਆਪ ਰਿਹਾ ਭਰਪੂਰ। ਨਾਨਕ ਆਪੇ ਆਪ ਵਰਤੇ, ਗੁਰਮੁਖ ਸੋਝੀ ਪਾਵਣੀਆਂ। ਤੂੰ ਆਪੇ ਮੇਲੇ ਵੇਖੇ ਹਦੂਰ, ਸਭ ਮੇ ਆਪ ਰਿਹਾ ਭਰਪੂਰ। ਨਾਨਕ ਆਪੇ ਆਪ ਵਰਤੇ, ਗੁਰਮੁਖ ਸੋਝੀ ਪਾਵਣੀਆਂ। ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ, ਸਾਰੇ ਸਰੀਰਾਂ ਵਿੱਚ ਵਿਆਪਕ ਹੋ ਕੇ ਪ੍ਰਭ ਆਪ ਹੀ ਜਗਤ ਦੇ ਸਾਰੇ ਭੋਗ ਰਿਹਾ ਹੈ। ਫਿਰ ਵੀ ਉਹ ਅਦ੍ਰਿਸ਼ਟ ਰੂਪ ਵਿੱਚ ਮੌਜੂਦ ਹੈ, ਅਪਹੁੰਚ ਹੈ ਅਤੇ ਬੇਅੰਤ ਹੈ। ਉਸ ਪਿਆਰੇ ਹਰ ਪ੍ਰਭ ਨੂੰ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸਿਮਰਨਾ ਚਾਹੀਦਾ ਹੈ ਜੀ। ਜਿਹੜੇ ਗੁਰਮੁਖ ਸਿਮਰਦੇ ਹਨ ਉਹ ਆਤਮਿਕ ਅਡੋਲਤਾ ਵਿੱਚ ਸਦਾ ਸਥਿਰ ਪ੍ਰਭ ਵਿੱਚ ਸਮਾਏ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ, ਮੈਂ ਉਹਨਾਂ ਗੁਰਮੁਖਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜਿਹੜੇ ਸਤਿਗੁਰ ਦੇ ਸ਼ਬਦ ਨੂੰ ਆਪਣੇ ਮਨ ਵਿੱਚ ਵਸਾਉਂਦੇ ਹਨ। ਜਦੋਂ ਗੁਰੂ ਦਾ ਸ਼ਬਦ ਮਨੁੱਖ ਦੇ ਅੰਤਰ ਆਤਮੇ ਟਿਕਦਾ ਹੈ ਤਾਂ ਉਹ ਆਪਣੇ ਮਨ ਨਾਲ ਟਾਕਰਾ ਕਰਦਾ ਹੈ ਅਤੇ ਮਨ ਦੇ ਵਿਕਾਰਾਂ ਨੂੰ ਮਾਰ ਕੇ ਪ੍ਰਭ ਚਰਨਾਂ ਵਿੱਚ ਲੀਨ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ, ਉਸ ਪੰਚ ਦੀ ਭਾਵ ਉਸ ਸਭ ਤੋਂ ਉੱਤਮ ਅਕਾਲ ਪੁਰਖ ਦਾ ਦੂਤ ਮਾਇਆ ਹੈ। ਮਾਇਆ ਜਦ ਮਨੁੱਖਾਂ ਨੂੰ ਆਪਣੇ ਮਾਇਆ ਜਾਲ ਵਿੱਚ ਫਸਾਉਂਦੀ ਹੈ, ਯਾਨੀ ਮੋਹ ਵਿੱਚ ਡੋਬਦੀ ਹੈ, ਤਾਂ ਮਨਮੁਖਾਂ ਕੋਲ ਛੁੱਟਣ ਦਾ ਕੋਈ ਵਸੀਲਾ ਨਹੀਂ ਹੁੰਦਾ ਜੀ। ਇਸ ਮਾਇਆ ਜਾਲ ਤੋਂ ਗੁਰਮੁਖ ਬਣਿਆ ਹੀ, ਯਾਨੀ ਗੁਰਮਤਿ ਦੀ ਦ੍ਰਿਸ਼ਟੀਕੋਣ ਅਪਣਾਇਆ ਹੀ ਛੁੱਟਿਆ ਜਾ ਸਕਦਾ ਹੈ ਜੀ।
ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ ਉਹ ਸਦਾ ਥਿਰ ਪ੍ਰਭ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ। ਉਹ ਆਤਮਿਕ ਅਡੋਲਤਾ ਵਿੱਚ ਮਸਤ ਹਰ ਵੇਲੇ ਪ੍ਰਭ ਦੇ ਹੁਕਮ ਵਿੱਚ ਰਹਿੰਦੇ ਹਨ। ਉਹ ਪ੍ਰੀਤਮ ਪ੍ਰਭ ਨੂੰ ਮਿਲਣਾ ਭਾਵ ਆਤਮਿਕ ਗਿਆਨ ਲੈ ਕੇ ਉਹ ਸਦਾ ਥਿਰ ਪ੍ਰਭ ਦੇ ਗੁਣ ਗਾਉਂਦੇ ਹਨ, ਭਾਵ ਉਸ ਪ੍ਰਭੂ ਦੇ ਗੁਣ, ਸ਼ਬਦ ਦੇ ਗੁਣ ਧਾਰਨ ਕਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਪਹਿਲਾਂ ਪ੍ਰਭ ਇਕੱਲਾ ਆਪ ਨਿਰਗੁਣ ਸਰੂਪ ਸੀ, ਉਸਨੇ ਆਪਣੇ ਆਪ ਨੂੰ ਪ੍ਰਗਟ ਕੀਤਾ। ਇਸ ਤਰ੍ਹਾਂ ਫਿਰ ਉਹ ਦੋ ਕਿਸਮਾਂ ਵਾਲਾ ਨਿਰਗੁਣ ਤੇ ਸਰਗੁਣ ਰੂਪਾਂ ਵਾਲਾ ਬਣ ਗਿਆ ਤੇ ਉਸ ਤਿੰਨ ਗੁਣਾਂ ਵਾਲੀ ਮਾਇਆ ਰਚ ਦਿੱਤੀ। ਜਿਹੜਾ ਗੁਰਮੁਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਸ ਦਾ ਆਤਮਿਕ ਟਿਕਾਣਾ ਮਾਇਆ ਦੇ ਤਿੰਨਾਂ ਗੁਣਾਂ ਦੇ ਪ੍ਰਭਾਵ ਤੋਂ ਉਹ ਤਾਂ ਉੱਚਾ ਰਹਿੰਦਾ ਹੈ। ਉਹ ਸਦਾ ਥਿਰ ਪ੍ਰਭ ਦੇ ਨਾਮ, ਪ੍ਰਭ ਦੀ ਕਮਾਈ ਕਰਦਾ ਹੈ, ਭਾਵ ਉਸ ਦੇ ਹੁਕਮ ਵਿੱਚ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜੋ ਸਦਾ ਥਿਰ ਪ੍ਰਭ ਦੀ ਰਜ਼ਾ ਵਿੱਚ ਚੱਲੀਏ ਤਾਂ ਸਾਰੇ ਕਰਮ ਨਿਸ਼ਕਾਮ ਹੋ ਜਾਂਦੇ ਹਨ ਜੀ। ਗੁਰਮੁਖਾਂ ਦੀ ਇਹ ਕਰਨੀ ਹੈ ਕਿ ਉਹ ਸਭ ਥਾਈਂ ਉਸ ਪਰਮੇਸ਼ਰ ਨੂੰ ਪਹਿਚਾਨਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਦੂਜਾ ਆਤਮਿਕ ਆਨੰਦ ਦੇਣ ਵਾਲਾ ਨਹੀਂ ਹੈ। ਜਗਤ ਉਸ ਨੂੰ ਵਿਸਾਰ ਕੇ ਤੇ ਸੁੱਖ ਦੀ ਖਾਤਰ ਮਾਇਆ ਦੇ ਮੋਹ ਵਿੱਚ ਫਸ ਕੇ ਦੁਖੀ ਹੋ ਕੇ ਆਤਮਿਕ ਮੌਤ ਸਹੇੜਦਾ ਹੈ। ਅਤੇ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਗੁਰਮੁਖ ਇੱਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਉਂਦਾ ਹੈ। ਉਹ ਇੱਕ ਪਰਮਾਤਮਾ ਦਾ ਹੀ ਸਿਮਰਨ ਕਰਕੇ ਸ਼ਬਦ ਨਾਲ ਜੁੜ ਕੇ ਆਤਮਿਕ ਆਨੰਦ ਮਾਣਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਪ੍ਰਭ ਜਗਤ ਦੇ ਸਾਰੇ ਜੀਵ ਤੇਰਾ ਹੀ ਆਸਰਾ ਤੱਕ ਸਕਦੇ ਹਨ। ਹੇ ਪ੍ਰਭੂ ਇਹ ਤੇਰਾ ਰਚਿਆ ਜਗਤ ਮਾਨੋ ਚੌਪੜ ਦੀ ਖੇਡ ਹੈ। ਤੂੰ ਆਪ ਹੀ ਇਸ ਚੌਪੜ ਉੱਤੇ ਕੱਚੀਆਂ ਪੱਕੀਆਂ ਨਰਦਾਂ ਭਾਵ ਉੱਚੇ ਤੇ ਕੱਚੇ ਜੀਵਨ ਵਾਲੇ ਜੀਵ ਰਚ ਕੇ ਇਹਨਾਂ ਦੀ ਸੰਭਾਲ ਕਰਦਾ ਹੈ। ਇਹ ਭਾਈ ਹਰ ਰੋਜ਼ ਹਰ ਵੇਲੇ ਪ੍ਰਭੂ ਆਪ ਹੀ ਜੀਵਾਂ ਵਿੱਚ ਵਿਆਪਕ ਹੈ ਵਿਆਪਕ ਹੋ ਕੇ ਸਭ ਜੀਵਾਂ ਪਾਸੋਂ ਕਾਰ ਕਰਾਉਂਦਾ ਹੈ ਤੇ ਆਪ ਹੀ ਆਪਣੇ ਚਰਨਾਂ ਵਿੱਚ ਮਿਲਾਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ ਤੂੰ ਆਪ ਹੀ ਜੀਵਾਂ ਦੇ ਅੰਗ ਸੰਗ ਹੋ ਕੇ ਸਭ ਦੀ ਸੰਭਾਲ ਕਰਦਾ ਹੈ ਤੇ ਆਪਣੇ ਚਰਨਾਂ ਵਿੱਚ ਜੋੜਦਾ ਹੈ। ਤੂੰ ਸਭ ਜੀਵਾਂ ਵਿੱਚ ਪ੍ਰਭੂ ਆਪ ਹੀ ਹਾਜ਼ਰ ਨਾਜ਼ਰ ਮੌਜੂਦ ਹੈ। ਹੇ ਨਾਨਕ ਸਭ ਥਾਈਂ ਪ੍ਰਭੂ ਆਪ ਹੀ ਵਰਤ ਰਿਹਾ ਹੈ ਜੀ। ਗੁਰੂ ਦੇ ਸਨਮੁਖ ਰਹਿਣ ਵਾਲੇ ਗੁਰਮੁਖਾਂ ਨੂੰ ਗੁਰੂ ਸ਼ਬਦ ਦੇ ਰਾਹੀਂ ਇਹ ਸਮਝ ਆ ਜਾਂਦੀ ਹੈ ਜੀ, ਭਾਵ ਆਤਮਿਕ ਗਿਆਨ ਦੀ ਮਿਲ ਜਾਂਦਾ ਹੈ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਗੁਰੂ ਗਿਆਨ ਨੂੰ ਆਪਣੇ ਮਨ ਅੰਦਰ ਵਸਾਉਣਾ ਇਹੀ ਜੀਵਨ ਦਾ ਲਕਸ਼ ਹੈ ਜੀ। ਕੇਵਲ ਗੁਰ ਗਿਆਨ ਰਾਹੀਂ ਆਪਣੇ ਮਨ ਨਾਲ ਲੜਿਆ ਜਾ ਸਕਦਾ ਹੈ ਜੀ। ਗੁਰੂ ਗਿਆਨ ਦੇ ਨਾਲ
ਇਸ ਤਰ੍ਹਾਂ ਪ੍ਰਤੀਤ ਹੋ ਜਾਂਦਾ ਹੈ ਕਿ ਉਹ ਇੱਕੋ ਹੀ ਦਾ ਸਭ ਪਸਾਰਾ ਹੈ ਜੀ। ਜਿਸ ਤਰ੍ਹਾਂ ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਦੱਸਦੇ ਹਨ, ਏਕਮ ਏਕੇ ਆਪ ਉਪਾਇਆ, ਦੁਬਦਾ ਦੂਜਾ ਤ੍ਰਿਬਦਾ ਮਾਇਆ। ਭਾਵ ਏਕਮ ਪਹਿਲਾਂ ਏਕੇ ਇੱਕ ਵਾਹਿਗੁਰੂ ਨੇ ਆਪ ਆਪਣੇ ਆਪ ਨੂੰ ਉਪਾਇਆ, ਪੈਦਾ ਕੀਤਾ। ਦੁਬਦਾ ਦੂਜਾ ਤ੍ਰਿਬਦਾ ਮਾਇਆ, ਦੂਜਾ ਦੁਬਦਾ ਰੂਪੀ ਜਗਤ ਬਣਾਇਆ। ਫਿਰ ਤ੍ਰਿਬਦ ਮਾਇਆ, ਤਿੰਨ ਗੁਣੀ ਮਾਇਆ ਪੈਦਾ ਕੀਤੀ। ਅਤੇ ਫਿਰ ਦ੍ਰਿਸ਼ਟਮਾਨ ਸੰਸਾਰ ਦੇ ਪਿੱਛੇ ਜੋ ਅਦ੍ਰਿਸ਼ਟ ਹੈ ਉਹ ਅਗਮ ਹੈ, ਅਲੱਖ ਹੈ। ਉਹ ਹੀ ਅਸਲ ਵਿੱਚ ਹਕੀਕਤ ਹੈ ਅਤੇ ਉਹ ਹੀ ਸਭ ਕੁਝ ਆਪਣੇ ਹੁਕਮ ਵਿੱਚ ਚਲਾ ਰਿਹਾ ਹੈ ਜੀ। ਜਿਸ ਤਰ੍ਹਾਂ ਇਸ ਪੰਕਤੀ ਵਿੱਚ ਗੁਰੂ ਜੀ ਦੱਸਦੇ ਹਨ, ਘਟ ਘਟ ਵਾਸੀ ਸਰਬ ਨਿਵਾਸੀ। ਜੋ ਘਟ ਘਟ ਵਿੱਚ ਵਾਹਿਗੁਰੂ ਆਪ ਹੈ, ਉਸ ਦੀ ਹਜ਼ੂਰੀ ਦੀ ਸਾਰ ਅਥਵਾ ਸੋਝੀ ਮਨਮੁਖਾਂ ਨੂੰ ਨਹੀਂ ਹੁੰਦੀ। ਉਹ ਸਿਰਫ ਗੁਰੂ ਦੇ ਸ਼ਬਦ ਦੇ ਗਿਆਨ ਦੁਆਰਾ ਹੁੰਦੀ ਹੈ, ਕਿਉਂਕਿ ਉਹਨਾਂ ਦੇ ਮਨ ਵਿੱਚ ਗੁਰ ਸ਼ਬਦ ਦਾ ਵਾਸਾ ਹੀ ਨਹੀਂ ਹੁੰਦਾ। ਉਸ ਦੇ ਉਲਟ ਗੁਰਮੁਖਾਂ ਨੂੰ ਆਪਣੇ ਪ੍ਰੀਤਮ ਉੱਤੇ ਪ੍ਰਤੀਤ ਹੁੰਦੀ ਹੈ। ਜੋ ਗੁਰੂ ਜੀ ਫਿਰ ਕਹਿੰਦੇ ਹਨ, ਕੇਵਲ ਉਹ ਗੁਰਮੁਖ ਹੀ ਮਨ ਦੀਆਂ ਵਾਸ਼ਨਾਵਾਂ ਨਾਲ ਲੜਾਈ ਕਰ ਸਕਦਾ ਹੈ, ਜਿਸ ਨੂੰ ਗੁਰੂ ਉਪਦੇਸ਼ ਦੀ ਸੋਝੀ ਹੁੰਦੀ ਹੈ। ਅਤੇ ਉਹ ਸੋਝੀ ਸਿਰਫ ਗੁਰ ਸ਼ਬਦ ਦੇ ਗਿਆਨ ਰਾਹੀਂ ਸਾਨੂੰ ਹੋ ਸਕਦੀ ਹੈ। ਉਹ ਸੱਚੀ ਕਰਨੀ ਕਰਦਾ ਹੋਇਆ ਅੰਤ ਨੂੰ ਸੱਚ ਵਿੱਚ ਹੀ ਸਮਾਉਂਦਾ ਹੈ ਜੀ। ਸੰਸਾਰ ਮਾਨੋ ਇੱਕ ਚੌਪੜ ਦੀ ਖੇਡ ਵਰਗਾ ਹੈ। ਇੱਥੇ ਆਏ ਸਭ ਜੀਵ ਪੱਕਣ ਆਏ ਹਨ, ਜਾਣੀ ਮੈਚੋਰ ਹੋਣ ਆਏ ਹਨ ਜੀ। ਮੈਚੋਰ ਹੋਣ ਦਾ ਮਤਲਬ ਇਹ ਹੈ ਕਿ ਆਪਣੀ ਹਉਮੈ ਵਾਲੀ ਸੁਰਤ ਨੂੰ ਗੁਰ ਗਿਆਨ ਰਾਹੀਂ, ਗੁਰ ਸ਼ਬਦ ਰਾਹੀਂ ਪਕਾ ਕੇ ਪ੍ਰਭ ਦੀ ਸੁਰਤ ਅਖਤਿਆਰ ਕਰਨਾ, ਭਾਵ ਗੁਰ ਸ਼ਬਦ ਦੇ ਸਿੱਖਿਆ 'ਤੇ ਚੱਲਣਾ ਅਤੇ ਉਸਨੂੰ ਅਪਣਾਉਣਾ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।